हाँ जी प्यारे विद्यार्थियों, इस वीडियो ਦੇ ਵਿੱਚ ਅੱਜ ਅਸੀਂ 6ਵੀਂ ਜਮਾਤ ਦੀ ਸਾਇੰਸ ਦਾ ਪਾਠ ਨੰਬਰ 12 ਕਰਾਂਗੇ। 12ਵੇਂ ਪਾਠ ਦਾ ਨਾਮ ਹੈ ਜੀ ਬਿਜਲੀ ਅਤੇ ਸਰਕਟ। ਇਸ ਪਾਠ ਦੀਆਂ ਜੋ ਖਾਲੀ ਥਾਵਾਂ ਸੀ ਸਹੀ ਗਲਤ ਸੀ, ਬਹੁ ਵਿਕਲਪੀ ਪ੍ਰਸ਼ਨ ਨੇ ਜਾਂ ਫਿਰ ਛੋਟੇ ਉੱਤਰਾਂ ਵਾਲੇ ਪ੍ਰਸ਼ਨ, ਵੱਡੇ ਉੱਤਰਾਂ वाले प्रश्न, ਇਹ ਸਭ ਬੁੱਕ ਵਰਕ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਕਰਾਂਗੇ। ਸੋ ਕੰਪਲੀਟ ਵੀਡੀਓ ਜ਼ਰੂਰ ਦੇਖਿਓ। ਚਲੋ ਜੀ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਜੋ ਪਹਿਲਾ ਭਾਗ ਦਿੱਤਾ ਗਿਆ ਹੈ ਖਾਲੀ ਥਾਵਾਂ ਭਰੋ। ਇਸ ਭਾਗ ਦੇ ਵਿੱਚ ਪਹਿਲੀ ਖਾਲੀ ਥਾਂ ਦਿੱਤੀ ਗਈ ਹੈ ਇੱਕ ਉਪਕਰਨ ਜਿਸ ਨੂੰ ਬਿਜਲਈ ਸਰਕਟ ਜੋੜਨ ਜਾਂ ਤੋੜਨ ਲਈ ਵਰਤਿਆ ਜਾਂਦਾ ਹੈ ਉਸ ਨੂੰ ਡੈਸ਼ ਆਖਦੇ ਹਨ। ਉਸ ਨੂੰ ਅਸੀਂ ਸਵਿੱਚ ਆਖਦੇ ਹਾਂ। ਸਵਿੱਚ ਸ਼ਬਦ ਜਿਹੜਾ ਉਹ ਤੁਸੀਂ ਖਾਲੀ ਥਾਂ ਦੇ ਵਿੱਚ ਭਰ ਲੈਣਾ ਹੈ। ਨੰਬਰ 2, ਜਦੋਂ ਬੱਲਮ ਵਿੱਚੋਂ ਡੈਸ਼ ਧਾਰਾ ਲੰਘਦੀ ਹੈ ਤਾਂ ਬੱਲਮ ਜਗ ਜਾਂਦਾ ਹੈ, ਬਿਜਲੀ ਧਾਰਾ। ਨੰਬਰ 3, ਡੈਸ਼ ਉਹ ਪਦਾਰਥ ਹੈ ਜਿਸ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋ ਜਾਂਦੀ ਹੈ, ਚਾਲਕ। ਨੰਬਰ 4, ਬਿਜਲੀ ਧਾਰਾ ਡੈਸ਼ ਵਿੱਚੋਂ ਪ੍ਰਵਾਹਿਤ ਨਹੀਂ ਹੁੰਦੀ, ਭਾਵ ਲੰਘਦੀ ਨਹੀਂ ਹੈਗੀ ਵਿੱਚ ਦੀ ਬਿਜਲੀ, ਉਸ ਨੂੰ ਅਸੀਂ ਰੋਧਕ ਆਖਦੇ ਹਾਂ। ਤਾਂ ਇਸ ਤਰ੍ਹਾਂ ਇਹ ਖਾਲੀ ਥਾਵਾਂ ਵਾਲਾ ਭਾਗ ਪੂਰਾ ਹੋ ਚੁੱਕਿਆ ਹੈ। ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਅਸੀਂ ਸ਼ੁਰੂ ਕਰਦੇ ਹਾਂ ਜੀ ਅਗਲਾ ਭਾਗ, ਸਹੀ ਗਲਤ ਲਿਖੋ। ਅਸੀਂ ਨੇ ਦੱਸਣਾ ਕਿ ਇਹਨਾਂ ਦੇ ਵਿੱਚੋਂ ਕਿਹੜਾ ਸਹੀ ਹੈ ਕਿਹੜਾ ਗਲਤ ਹੈ। ਕੁਝ ਕਥਨ ਦਿੱਤੇ ਗਏ ਨੇ ਸਾਨੂੰ। ਪਹਿਲਾ ਜੋ ਵਾਕ ਦਿੱਤਾ ਗਿਆ ਹੈ ਕਿ ਬਿਜਲਈ ਧਾਰਾ ਧਾਤਾਂ ਵਿੱਚੋਂ ਪ੍ਰਵਾਹਿਤ ਹੋ ਜਾਂਦੀ ਹੈ, ਭਾਵ ਤਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਦੀ ਲੰਘ ਜਾਂਦੀ ਹੈ। ਇਹ ਕਥਨ ਬਿਲਕੁਲ ਸਹੀ ਹੈ। ਤਾਂ ਅਸੀਂ ਇੱਥੇ ਸਿਲੈਕਟ ਕਰਾਂਗੇ ਸਹੀ। ਠੀਕ ਹੈ ਜੀ, ਸਹੀ ਲਿਖ ਲਓਗੇ ਜਾਂ ਫਿਰ ਟਿਕ ਲਗਾ ਸਕਦੇ ਹੋ। ਨੰਬਰ 2, ਬਿਜਲੀ ਦੀਆਂ ਤਾਰਾਂ ਦੀ ਬਜਾਏ ਜੂਟ ਦੇ ਤਾਰ ਇੱਕ ਸਰਕਟ ਬਣਾਉਣ ਲਈ ਵਰਤੇ ਜਾਂਦੇ ਨੇ, ਗਲਤ। ਜਦ ਕਿ ਧਾਤਾਂ ਦੀਆਂ ਤਾਰਾਂ ਬਣੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਦੀ ਬਿਜਲੀ ਲੰਘਦੀ ਹੈ। ਇਸ ਕਰਕੇ ਇਹਨਾਂ ਨੇ ਲਿਖਿਆ ਹੋਇਆ ਵੀ ਵੈਸੇ ਤਾਰਾਂ ਵੀ ਬਿਜਲੀ ਦੇ ਲਈ ਅਸੀਂ ਧਾਤਾਂ ਦੀਆਂ ਤਾਰਾਂ ਨਹੀਂ ਯੂਜ਼ ਕਰਦੇ, ਤਾਂ ਇਹ ਕਥਨ ਕੀ ਹੋ ਗਿਆ, ਗਲਤ ਹੋ ਗਿਆ। ਨੰਬਰ 3, ਬਿਜਲੀ ਧਾਰਾ ਇੱਕ ਪੈਨਸਲ ਦੇ ਸਿੱਕੇ ਵਿੱਚੋਂ ਲੰਘ ਜਾਂਦੀ ਹੈ, ਇਹ ਵੀ ਕਥਨ ਸਹੀ ਹੋਏਗਾ। ਇਸ ਤੋਂ ਬਾਅਦ ਹੈ ਜੀ ਕਥਨ ਨੰਬਰ 4, ਜੋ ਚੌਥਾ ਕਥਨ ਹੈ ਕਿ ਜਦੋਂ ਸੁੱਕੇ ਸੈੱਲ ਵਿੱਚ ਮੌਜੂਦ ਰਸਾਇਣ ਪੂਰੀ ਤਰ੍ਹਾਂ ਵਰਤੇ ਜਾਂਦੇ ਹਨ ਤਾਂ ਇਹ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਹ ਕਥਨ ਵੀ ਬਿਲਕੁਲ ਸਹੀ ਹੋਏਗਾ। ਤੁਸੀਂ ਇਸ ਨੂੰ ਨੋਟ ਕਰ ਸਕਦੇ ਹੋ। ਅਤੇ ਇਸ ਤੋਂ ਬਿਨਾਂ ਅੱਗੇ ਪੰਜਵਾਂ ਜੋ ਕਥਨ ਦਿੱਤਾ ਗਿਆ ਹੈ ਕਿ LED ਆਧਾਰਿਤ ਲੈਂਪ ਵਾਤਾਵਰਨ ਅਨੁਕੂਲ ਹਨ, ਇਹ ਕਥਨ ਵੀ ਸਹੀ ਹੈ। ਭਾਵ ਉਹ ਅਸੀਂ ਕਹਿ ਸਕਦੇ ਕਿ ਇਨਵਾਇਰਮੈਂਟ ਫਰੈਂਡਲੀ ਨੇ, ਭਾਵ ਉਹ ਇਨਵਾਇਰਮੈਂਟ ਦੇ ਲਈ ਸਹੀ ਨੇ, ਗਲਤ ਨਹੀਂ, ਉਹਨਾਂ ਦਾ ਕੋਈ ਉਪਯੋਗ ਕਰਨਾ ਸਹੀ ਹੈ। ਇਸ ਤੋਂ ਬਾਅਦ ਜੋ ਤੀਸਰਾ ਭਾਗ ਬਣਦਾ ਸੀ ਉਹਦੇ ਵਿੱਚ ਕੁਝ ਡਾਇਗਰਾਮਸ ਦਿੱਤੇ ਗਏ ਸੀ, ਕੁਝ ਚਿੱਤਰ ਦਿੱਤੇ ਗਏ ਸੀ, ਜੋ ਅਸੀਂ ਨੇ ਇਸ PDF ਦੇ ਲਾਸਟ ਵਿੱਚ ਐਡ ਕੀਤੇ ਨੇ। ਭਾਵ ਸਾਰੇ ਇਹ ਬੁੱਕ ਵਰਕ ਕਰਕੇ ਲਾਸਟ ਵਿੱਚ ਅਸੀਂ ਉਹ ਪ੍ਰਸ਼ਨ ਉੱਤਰ ਕਰਾਂਗੇ। ਠੀਕ ਹੈ, ਲਾਸਟ ਦੇ ਵਿੱਚ ਕੁਝ ਪਿਕਸ ਐਡ ਕੀਤੀਆਂ ਨੇ ਅਸੀਂ ਨੇ, ਉਹਦੇ ਤੋਂ ਆਪਾਂ ਉਹ ਤੀਸਰਾ ਭਾਗ ਹੱਲ ਕਰਾਂਗੇ। ਹੁਣ ਅਸੀਂ ਕਰਦੇ ਹਾਂ ਚੌਥਾ ਭਾਗ ਕਿ ਸਹੀ ਉੱਤਰ ਦੀ ਚੋਣ ਕਰੋ। ਨੰਬਰ 1, ਪਹਿਲਾ ਪ੍ਰਸ਼ਨ ਦਿੱਤਾ ਗਿਆ ਕਿ ਬੈਟਰੀ ਦਾ ਸੁਮੇਲ ਹੈ। ਬੈਟਰੀ ਡੈਸ਼ ਦਾ ਸੁਮੇਲ ਹੈ, ਇਹਨਾਂ ਦੇ ਵਿੱਚੋਂ ਕਾਹਦਾ ਸੁਮੇਲ ਹੈ? ਇਹ ਬੈਟਰੀ ਦਾ ਸੁਮੇਲ ਕੀ ਹੈ ਇਹਨਾਂ ਦੇ ਵਿੱਚੋਂ, ਮਤਲਬ ਅਸੀਂ ਨੇ ਇੱਕ ਆਨਸਰ ਜਿਹੜਾ ਉਹ ਸਿਲੈਕਟ ਕਰਨਾ, ਇਹ ਬਿਜਲਈ ਸੈੱਲਾਂ, ਇਹ ਆਪਸ਼ਨ ਜਿਹੜੀ ਇਸ ਦੇ ਵਿੱਚੋਂ ਅਸੀਂ ਸਿਲੈਕਟ ਕਰਾਂਗੇ। ਤਾਂ ਇਸ ਦੇ ਵਿੱਚੋਂ ਅਸੀਂ ਨੇ ਕੀ ਕਰਨਾ ਹੈ, ED ਆਪਸ਼ਨ ਸਿਲੈਕਟ ਕਰ ਲੈਣੀ ਹੈ। ਇਸ ਤੋਂ ਬਾਅਦ ਹੈ ਜੀ ਦੂਸਰਾ MCQ ਦਿੱਤਾ ਗਿਆ। ਇਹ ਦਿੱਤਾ ਗਿਆ ਕਿ ਇੱਕ ਮੁੱਢਲੇ ਬਿਜਲਈ ਸਰਕਟ ਵਿੱਚ ਜ਼ਰੂਰਤ ਹੈ। ਤਾਂ 4 ਆਪਸ਼ਨ ਦਿੱਤੀਆਂ ਗਈਆਂ ਨੇ। ਚਾਰਾਂ ਦੇ ਵਿੱਚ ਪਹਿਲੀ ਆਪਸ਼ਨ ਲਿਖੀ ਗਈ ਹੈ ਕਿ ਸਿਰਫ ਬਿਜਲੀ ਦੇ ਪ੍ਰਵਾਹ ਦਾ ਇੱਕ ਸਰੋਤ, ਭਾਵ ਜੇਕਰ ਆਪਾਂ ਨੇ ਪੂਰਾ ਸਰਕਟ ਬਣਾਉਣਾ ਹੈ ਨਾ, ਵੀ ਉਹਦੇ ਵਿੱਚ ਦੀ ਲਾਈਟ ਲੰਘ ਜੇ, ਉਸ ਤੋਂ ਬਾਅਦ ਬੱਲਬ ਜਗ ਜੇ, ਤਾਂ ਉਹਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆਪਾਂ ਨੂੰ? ਤਾਂ ਇਹ ਕਹਿੰਦੇ ਨੇ ਵੀ ਸਿਰਫ ਬਿਜਲੀ ਦੇ ਪ੍ਰਵਾਹ ਦਾ ਇੱਕ ਸਰੋਤ ਚਾਹੀਦਾ ਜਿਹਦੇ ਵਿੱਚ ਦੀ ਲੰਘ ਸਕੇ, ਜਾਂ ਫਿਰ ਸਿਰਫ ਚਾਲਕ ਤਾਰਾਂ ਚਾਹੀਦੀਆਂ ਨੇ, ਜਾਂ ਸਿਰਫ ਇੱਕ ਉਪਕਰਨ ਦੀ ਲੋੜ ਹੈ, ਜਾਂ ਉਪਰੋਕਤ ਸਾਰੇ। ਤਾਂ ਇਹਦੇ ਵਿੱਚੋਂ ਅਸੀਂ ਆਪਸ਼ਨ ਸਿਲੈਕਟ ਕਰਾਂਗੇ ਸੱਸਾ ਆਪਸ਼ਨ ਕਿ ਉਪਰੋਕਤ ਸਾਰੀਆਂ ਚੀਜ਼ਾਂ ਦੀ ਹੀ ਲੋੜ ਪੈਂਦੀ ਹੈ। ਜੰਤਰ ਦੀ ਵੀ ਲੋੜ ਪਵੇਗੀ, ਉਸ ਨੂੰ ਲੰਘਾਉਣ ਦੇ ਲਈ ਤਾਰਾਂ ਦੀ ਵੀ ਲੋੜ ਪਵੇਗੀ, ਅੱਗੇ ਉਹਦੇ ਅੱਗੇ ਜਿਹੜਾ ਫਿੱਟ ਕਰਨਾ ਅੱਗੇ ਹੈ ਨਾ, ਉਹ ਜੰਤਰ ਦੀ ਵੀ ਲੋੜ ਹੈ, ਅਤੇ ਸਰੋਤ ਦੀ ਲੋੜ ਹੈ ਜਿੱਥੇ ਤੋਂ ਉਹ ਬਿਜਲੀ ਆਵੇਗੀ। ਜਿਵੇਂ ਅਸੀਂ ਇੱਕ ਸਰਕਟ ਲਾਸਟ ਵਿੱਚ ਵਾਲੇ ਪ੍ਰਸ਼ਨ ਦੇ ਵਿੱਚ ਕਰਾਂਗੇ ਅਸੀਂ ਵੀ ਸਰਕਟ ਕਿਵੇਂ ਪੂਰਾ ਹੁੰਦਾ ਹੈ। ਇਸ ਤੋਂ ਬਾਅਦ ਹੈ ਜੀ ਤੀਸਰਾ ਪ੍ਰਸ਼ਨ, ਬਿਜਲੀ ਦੇ ਬਲਬ ਵਿੱਚੋਂ ਬਿਜਲੀ ਧਾਰਾ ਲੰਘਣ 'ਤੇ ਇਹ ਪ੍ਰਕਾਸ਼ ਛੱਡਣਾ ਸ਼ੁਰੂ ਕਰ ਦਿੰਦਾ ਹੈ, ਕਿਉਂ ਸ਼ੁਰੂ ਕਰ ਦਿੰਦਾ ਹੈ? ਇਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਜਿਹੜੀ ED ਆਪਸ਼ਨ ਹੈ ਇਹ ਸਾਡਾ ਰਾਈਟ ਆਨਸਰ ਹੋਏਗਾ। ਤਾਂ ਤੁਸੀਂ ਡਾਇਰੈਕਟ ਇਹਨੂੰ ਪੜ੍ਹੋ ਅਤੇ ਇਹਨੂੰ ਟਿਕ ਕਰ ਸਕਦੇ ਹੋ। ਪੜ੍ਹ ਤਾਂ ਤੁਸੀਂ ਸਾਰੀਆਂ ਸਕਦੇ ਹੋ, ਪਰ ਇਹਦੇ 'ਚ ਤੁਹਾਨੂੰ ਅਸੀਂ ਡਾਇਰੈਕਟ ਆਨਸਰ ਦੱਸ ਰਹੇ ਹਾਂ
ਇਹ ईडी ऑप्शन ਜਿਹੜਾ ਇਹ ਸਾਡਾ राइट आंसर होएगा कि फिलामेंट गर्म हो जाता है फिर प्रकाश छड्डना शुरू कर दिंदा है। यही ऑप्शन ये राइट आंसर होवेगा, तुसीं इहनूं नोट कर सकते हो। इस तो बाद है जी अगला भाग बहुत छोटे उत्तरां वाले प्रश्न। नंबर 1 पहला प्रश्न दिता गया है कि बिजली सैल की है। ਜਿਹੜਾ बिजली सैल है वो एक बिजली का स्रोत है, तो तुसीं इहदा उत्तर बिल्कुल छोटे छोटे उत्तर लिखने ने। उत्तर की लिखोगे बिजली सैल बिजली का एक स्रोत है। इस तरीके नाल तुसीं इहदा उत्तर लिख सकते हो। इस तो बाद है जी दूसरा प्रश्न बिजली धारा की है। उत्तर किसी चालक विचों चार्जां दे वगण की दर नूं बिजली धारा आखदे ने। भाव जदों कोई चालक इहदे विच दी बिजली लंघ सकदी है, ਉਹ ਵਗ रही ਹੁੰਦੀ है ना, चार्ज ਉਹਦੇ ਕੰਨ ਜਿਹੜੇ ਉਹ ਲੰਘ ਰਹੇ ਹੁੰਦੇ ਨੇ, ਤਾਂ ਉਸ ਨੂੰ ਅਸੀਂ ਕੀ ਆਖਦੇ ਹਾਂ, ਧਾਰਾ ਆਖਦੇ ਹਾਂ। ਭਾਵ ਵਗਦੀ ਹੁੰਦੀ ਹੈ ਨਾ, ਲੰਘ ਰਹੀ ਹੁੰਦੀ ਹੈ। ਨੰਬਰ 3 ਬਿਜਲੀ ਸਰਕਟ ਕੀ ਹੈ ਹੁੰਦਾ ਹੈ। ਬਿਜਲੀ ਸਰਕਟ ਕੀ ਹੁੰਦਾ ਹੈ, ਇਹਦੀ ਅਸੀਂ ਪਿਕ ਵੀ ਦੇਖਾਂਗੇ ਅੱਗੇ, ਲਾਸਟ ਵਿੱਚ ਇੱਕ ਪਿਕਚਰ ਵੀ ਐਡ ਕੀਤੀ ਗਈ ਹੈ। ਉੱਤਰ ਬਿਜਲੀ ਸਰਕਟ ਬੈਟਰੀ, ਤਾਰਾਂ, ਬਿਜਲੀ ਯੰਤਰ ਅਤੇ ਸਵਿੱਚ ਆਦਿ ਦੀ ਵਿਵਸਥਾ ਹੁੰਦੀ ਹੈ ਜੋ ਬਿਜਲੀ ਪ੍ਰਵਾਹ ਲਈ ਮਾਰਗ ਪ੍ਰਦਾਨ ਕਰਦੀ ਹੈ। ਇਸ ਤਰ੍ਹਾਂ ਅਸੀਂ ਇਸ ਨੂੰ ਬਿਜਲੀ ਸਰਕਟ ਆਖ ਸਕਦੇ ਹਾਂ। ਨੰਬਰ 6 ਛੇਵਾਂ ਜੋ ਪਾਰਟ ਹੈ ਇਹਦੇ ਵਿੱਚ ਪ੍ਰਸ਼ਨ ਉੱਤਰ ਦਿੱਤੇ ਗਏ ਨੇ। ਬਿਜਲੀ ਦੇ ਉਪਕਰਨ ਜਾਂ ਸਵਿੱਚ ਨੂੰ ਸਪਰਸ਼ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਨੂੰ ਚੰਗੀ ਤਰ੍ਹਾਂ ਸੁਕਾਉਣਾ ਕਿਉਂ ਚਾਹੀਦਾ ਹੈ। ਤਾਂ ਦੇਖੋ ਪਹਿਲਾਂ ਇਹਨੂੰ ਸਮਝ ਲਓ ਥੋੜ੍ਹਾ ਜਿਹਾ। ਜਦੋਂ ਦੇਖੋ ਮੰਨ ਕੇ ਚਲੋ ਆਪਣੇ ਗਿੱਲੇ ਹੱਥ ਲਗਾ ਲਏ ਤਾਂ ਆਪਣੇ ਹੱਥਾਂ 'ਤੇ ਪਾਣੀ ਲੱਗਿਆ ਹੁੰਦਾ, ਉਹ ਪਾਣੀ ਦੇ ਵਿੱਚ ਦੀ ਬਿਜਲੀ ਲੰਘ ਕੇ ਸਾਨੂੰ ਕੀ ਕਰ ਸਕਦੀ ਹੈ, ਝਟਕਾ ਲਗਾ ਸਕਦੀ ਹੈ। ਤਾਂ ਇਸ ਕਰਕੇ ਅਸੀਂ ਕੀ ਕਰਦੇ ਹਾਂ, ਹੱਥਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਂਦੇ ਹਾਂ। ਚੰਗੀ ਤਰ੍ਹਾਂ ਸੁੱਕੇ ਹੱਥ ਸਾਨੂੰ ਕਰ ਲੈਣੇ ਚਾਹੀਦੇ ਨੇ ਬਿਜਲੀ ਦੇ ਸਵਿੱਚਾਂ ਨੂੰ ਛੂਹਣ ਤੋਂ ਪਹਿਲਾਂ। ਉੱਤਰ ਤੁਸੀਂ ਇਹਦਾ ਬਿਲਕੁਲ ਸੌਖਾ ਬਣਾ ਕੇ ਲਿਖੋਗੇ ਕਿਉਂਕਿ ਆਮ ਪਾਣੀ ਬਿਜਲੀ ਦਾ ਚਾਲਕ ਹੈ, ਇਸ ਲਈ ਗਿੱਲੇ ਹੱਥਾਂ ਨਾਲ ਕਿਸੇ ਬਿਜਲੀ ਉਪਕਰਨ ਜਾਂ ਸਵਿੱਚ ਨੂੰ ਸਪਰਸ਼ ਕਰਨ 'ਤੇ ਸਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ। ਭਾਵ ਜਿਹੜਾ ਪਾਣੀ ਉਹ ਚਾਲਕ ਹੈ, ਵਿੱਚ ਦੀ ਲੰਘਦਾ ਹੈ ਕਰੰਟ ਉਹਦੇ, ਠੀਕ ਹੈ। ਇਸ ਕਰਕੇ ਸਾਨੂੰ ਕੀ ਕਰ ਲੈਣਾ ਚਾਹੀਦਾ, ਹੱਥਾਂ ਨੂੰ ਸੁੱਕੇ ਕਰ ਲੈਣਾ ਚਾਹੀਦਾ। ਇਸ ਤੋਂ ਬਾਅਦ ਹੈ ਜੀ ਨੰਬਰ 2 ਇੱਕ ਵਿਦਿਆਰਥੀ ਨੇ ਸਾਇੰਸ ਲੈਬ ਵਿੱਚ ਪ੍ਰਯੋਗ ਕਰਦਿਆਂ ਇੱਕ ਬਿਜਲੀ ਦੇ ਸਵਿੱਚ ਨੂੰ ਇਲੈਕਟ੍ਰੋਨਿਕ ਸੈੱਲ ਨਾਲ ਬਿਜਲੀ ਸਵਿੱਚ ਰਾਹੀਂ ਜੋੜਿਆ, ਠੀਕ ਹੈ। ਉਸਨੇ ਦੇਖਿਆ ਕਿ ਬਿਜਲੀ ਦਾ ਸਵਿੱਚ ਜਦੋਂ ਚਾਲੂ ਸਥਿਤੀ ਵਿੱਚ ਸੀ, ਭਾਵ ਔਨ ਕੀਤਾ ਗਿਆ, ਤਾਂ ਬਲਬ ਜਗਿਆ ਨਹੀਂ। ਤਾਂ ਇਸ ਅਵਲੋਕਨ ਦੇ ਕਿਸੇ 2 ਕਾਰਨਾਂ ਦਾ ਜ਼ਿਕਰ ਕਰੋ ਵੀ ਉਹ ਕਿਉਂ ਨਹੀਂ ਜਗਿਆ। ਤਾਂ ਇਹਦੇ ਵਿੱਚ ਕੀ ਕਾਰਨ ਹੋ ਸਕਦਾ ਕਿ ਬਿਜਲੀ ਸਵਿੱਚ ਖਰਾਬ ਹੋ ਸਕਦੀ ਹੈ, ਜਾਂ ਫਿਰ ਤਾਰਾਂ ਦੇ ਜੋੜ ਢਿੱਲੇ ਹੋ ਸਕਦੇ ਨੇ, ਕਿਤੇ ਜੋੜ ਨਹੀਂ ਲੱਗਿਆ ਹੋ ਸਕਦਾ, ਭਾਵ ਉਹਨੇ ਲਗਾਉਣ ਦੇ ਵਿੱਚ ਕਿਤੇ ਲਾਪਰਵਾਹੀ ਵਰਤੀ ਹੋ ਸਕਦੀ, ਇਸ ਕਰਕੇ ਉਹ ਬਲਬ ਨਹੀਂ ਜਗਿਆ ਹੋਣਾ। ਤਾਂ ਇਹ ਆਬਜ਼ਰਵੇਸ਼ਨ ਅਸੀਂ ਨੋਟ ਕਰ ਸਕਦੇ ਹਾਂ, ਅਵਲੋਕਨ ਨੋਟ ਕਰ ਸਕਦੇ ਹਾਂ। ਇਸ ਤੋਂ ਬਾਅਦ ਜੀ ਅਗਲਾ ਪ੍ਰਸ਼ਨ ਦਿੱਤਾ ਗਿਆ ਹੈ ਕਿ ਬਿਜਲੀ ਦੇ ਚਾਲਕਾਂ ਅਤੇ ਰੋਧਕਾਂ ਵਿਚਕਾਰ ਕੀ ਫਰਕ ਹੈ। ਭਾਵ ਇੱਕ ਤਾਂ ਚਾਲਕ ਹੁੰਦੇ ਨੇ, ਇੱਕ ਰੋਧਕ ਹੁੰਦੇ ਨੇ। ਤਾਂ ਦੇਖੋ ਜੀ ਸਮਝਦੇ ਹਾਂ ਪਹਿਲਾਂ ਆਪਾਂ ਰੋਧਕ ਕਿ ਬਿਜਲੀ ਦੇ ਰੋਧਕ ਕੀ ਹੁੰਦੇ ਨੇ ਅਤੇ ਉਦਾਹਰਨਾਂ। ਨੰਬਰ 1 ਕਿ ਇਹਨਾਂ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਨਹੀਂ ਹੁੰਦੀ, ਭਾਵ ਬਿਜਲੀ ਜਿਹੜੀ ਉਹ ਲੰਘਦੀ ਨਹੀਂ ਹੈਗੀ, ਜਿਹੜੇ ਰੋਧਕ ਹੁੰਦੇ ਨੇ। ਉਦਾਹਰਨਾਂ ਕਿਹੜੀਆਂ ਹੋ ਸਕਦੀਆਂ ਨੇ, ਗ੍ਰੇਫਾਈਟ ਨੂੰ ਛੱਡ ਕੇ ਬਾਕੀ ਅਤੰਤਾਂ, ਲੱਕੜ, ਰਬੜ ਆਦਿ। ਗ੍ਰੇਫਾਈਟ ਇਹ ਉਹੀ ਹੈ ਪੈਨਸਲ ਦੇ ਸਿੱਕੇ ਵਿੱਚ ਹੁੰਦੀ, ਜਿਹੜੀ ਉਹਦੇ ਵਿੱਚ ਦੀ ਅਸੀਂ ਕੀ ਪੜ੍ਹਿਆ ਸੀ, ਲੰਘਦੀ ਹੈ। ਤਾਂ ਗ੍ਰੇਫਾਈਟ ਨੂੰ ਛੱਡ ਕੇ ਬਾਕੀ ਅਤੰਤਾਂ, ਠੀਕ ਹੈ, ਜਿਵੇਂ ਲੱਕੜ ਹੋ ਸਕਦੀ ਹੈ, ਰਬੜ ਹੋ ਸਕਦੀ ਹੈ, ਇਹਨਾਂ ਦੇ ਵਿੱਚ ਦੀ ਬਿਜਲੀ ਨਹੀਂ ਲੰਘਦੀ। ਇਸ ਕਰਕੇ ਅਸੀਂ ਇਹਨਾਂ ਨੂੰ ਕੀ ਆਖਦੇ ਹਾਂ, ਬਿਜਲੀ ਰੋਧਕ ਆਖਦੇ ਹਾਂ। ਅਸੀਂ ਨੇ ਤਾਂ ਦੇਖੋ ਅੰਤਰ ਦੱਸਣਾ ਸੀ, ਅੰਤਰ ਸਪਸ਼ਟ ਕਰਨਾ ਸੀ ਅਸੀਂ ਨੇ ਕਿ ਕੀ ਅੰਤਰ ਹੈ। ਤਾਂ ਤੁਸੀਂ ਪਹਿਲਾਂ ਦੇਖੋ ਲਿਖੋਗੇ ਕਿ ਬਿਜਲੀ ਦੇ ਰੋਧਕ ਕੀ ਹੁੰਦੇ ਨੇ ਅਤੇ ਉਦਾਹਰਨਾਂ ਇਹ ਨੋਟ ਕਰ ਲਓ, ਜਾਂ ਫਿਰ ਲਾਈਨ ਲਗਾ ਕੇ ਜਿਵੇਂ ਲਿਖਦੇ ਹੋ ਤੁਸੀਂ ਉਸ ਤਰ੍ਹਾਂ ਲਿਖ ਸਕਦੇ ਹੋ। ਪਹਿਲਾਂ ਬਿਜਲੀ ਦੇ ਰੋਧਕ ਅਤੇ ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਕਿ ਬਿਜਲੀ ਦੇ ਚਾਲਕ ਕੀ ਹੁੰਦੇ ਨੇ। ਇਹਨਾਂ ਵਿੱਚੋਂ ਬਿਜਲੀ ਧਾਰਾ ਆਸਾਨੀ ਨਾਲ ਪ੍ਰਵਾਹਿਤ ਹੋ ਜਾਂਦੀ ਹੈ, ਠੀਕ ਹੈ ਜੀ। ਇਸ ਦੀਆਂ ਉਦਾਹਰਨਾਂ ਕਿਹੜੀਆਂ ਹੋ ਸਕਦੀਆਂ ਨੇ, ਧਾਤਾਂ ਜਿਵੇਂ ਲੋਹਾ, ਤਾਂਬਾ, ਠੀਕ ਹੈ। ਇਸ ਤੋਂ ਬਿਨਾਂ ਜਿਵੇਂ ਐਲੂਮੀਨੀਅਮ ਵਗੈਰਾ, ਇਹਦੇ ਵਿੱਚ ਦੀ ਬਿਜਲੀ ਲੰਘਦੀ ਹੈ, ਤਾਂ ਇਹ ਕੀ ਨੇ, ਬਿਜਲੀ ਦੇ ਚਾਲਕ ਨੇ। ਤੁਸੀਂ ਇਹਨੂੰ ਨੋਟ ਕਰ ਸਕਦੇ ਹੋ। ਸੋ ਇਸ ਤਰੀਕੇ ਨਾਲ ਸਾਡਾ ਇਹ ਤੀਸਰਾ ਪ੍ਰਸ਼ਨ ਸੀ ਜਿਹੜਾ ਪੂਰਾ ਹੋ ਗਿਆ, ਠੀਕ ਹੈ, ਇਸ ਭਾਗ ਦਾ। ਹੁਣ ਅਸੀਂ ਅੱਗੇ ਕਰਦੇ ਹਾਂ ਕਿ ਦੱਸੋ ਹੇਠਾਂ ਦਿੱਤੇ ਚਿੱਤਰ ਵਿੱਚ ਦਰਸਾਏ ਗਏ ਪ੍ਰਬੰਧ ਵਿੱਚ ਬਲਬ ਕਿਉਂ ਨਹੀਂ ਜਗ ਰਿਹਾ। ਭਾਵ ਸਾਨੂੰ ਇਹ ਇੱਕ ਪੂਰੀ ਤਸਵੀਰ ਦਿੱਤੀ ਗਈ ਹੈ, ਇਹਦੇ ਵਿੱਚ ਕੀ ਕੀਤਾ ਗਿਆ, ਪਹਿਲਾਂ ਇਹਨੂੰ ਥੋੜ੍ਹਾ ਜਿਹਾ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਜੀ ਇਹਦੇ ਵਿੱਚ ਜਿਹੜਾ ਇਹ ਹੈ ਬਿਜਲੀ ਦਾ ਸਰੋਤ, ਭਾਵ ਇਹ ਕੀ ਹੈ, ਸੈੱਲ ਹੈ, ਠੀਕ ਹੈ, ਜਿਵੇਂ ਸੈੱਲ ਹੁੰਦਾ ਆਪਣਾ ਕੋਈ, ਅਤੇ ਇਹ ਹੈ ਬਲਬ, ਠੀਕ ਹੈ। ਅਤੇ ਇਹ ਤਾਰ ਇਸ ਤਰ੍ਹਾਂ ਲਗਾਤੀ, ਅਲੱਗ ਕਲਰ ਦੀ ਕਰਕੇ ਦਿਖਾਉਂਦੇ ਤੁਹਾਨੂੰ, ਇਹਨੂੰ ਸਮਝੋ ਚੰਗੀ ਤਰ੍ਹਾਂ। ਇਹਨਾਂ ਨੇ ਕੀ ਕੀਤਾ, ਇਸ ਦੇ ਇੱਕ ਸਿਰੇ ਤੋਂ
ਇਸ ਦੇ ਇੱਕ ਸਿਰੇ ਤੋਂ ਤਾਰ ਇੱਥੇ ਲਗਾਤੀ ਵੱਲਮ ਤੇ ਦੂਸਰੀ ਤਾਰ ਸੀ ਜਿਹੜੀ ਉਹ ਲਿਆ ਕਿ ਇੱਥੇ ਲਗਾਉਣੀ ਸੀ, ਪਰ ਇਹਦੇ ਵਿਚਕਾਰ ਇਹਨਾਂ ਨੇ ਇੱਥੇ ਪੇਚਕਸ ਲਗਾਤਾ ਵਿੱਚ। ਤਾਂ ਪੇਚਕਸ ਦਾ ਇਹ ਸਿਰਾ ਤਾਂ ਦੇਖੋ ਧਾਤ ਦਾ ਹੋ ਸਕਦਾ ਬਿਜਲੀ ਲੰਘ ਜੂਗੀ, ਬਟ ਇਹ ਸਿਰਾ ਜਿਹੜਾ ਪਲਾਸਟਿਕ ਦਾ ਹੈ, ਠੀਕ ਹੈ, ਰਬੜ ਕਹਿ ਸਕਦੇ ਹਾਂ ਇਹ, ਤੇ ਇਸ ਕਰਕੇ ਇੱਥੇ ਦੀ ਬਿਜਲੀ ਨਹੀਂ ਲੰਘੂਗੀ। ਦੇਖੋ ਜਿਹੜਾ ਇਹ ਸਿਰਾ ਇਸ ਦਾ, ਇਹ ਕਾਹਦਾ ਪਲਾਸਟਿਕ ਦਾ, ਇਸ ਕਰਕੇ ਇੱਥੇ ਦੀ ਬਿਜਲੀ ਨਹੀਂ ਲੰਘੂਗੀ। ਤਾਂ ਇਸ ਕਰਕੇ ਇਹ ਸਰਕਟ ਜਿਹੜਾ ਪੂਰਾ ਨਹੀਂ ਹੋਇਆ ਅਤੇ ਵੱਲਮ ਨਹੀਂ ਜਗਿਆ। ਤਾਂ ਇਹਦਾ ਉੱਤਰ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ, ਕਿਉਂਕਿ ਸਰਕਟ ਵਿੱਚ ਜੋੜੇ ਹੋਏ ਪੇਚਕਸ ਦਾ ਹੱਥ ਹੈ ਜਿਹੜਾ ਉਹ ਪਲਾਸਟਿਕ ਦਾ ਬਣਿਆ ਹੋਇਆ ਹੈ, ਜੋ ਕਿ ਬਿਜਲੀ ਦਾ ਕੁਚਾਲਕ ਹੈ, ਉਸ ਵਿੱਚ ਦੀ ਬਿਜਲੀ ਨਹੀਂ ਲੰਘਦੀ, ਇਸ ਕਰਕੇ ਇਹ ਸਰਕਟ ਪੂਰਾ ਨਹੀਂ ਹੋਇਆ ਅਤੇ ਵੱਲਮ ਨਹੀਂ ਜਗਿਆ। ਤੁਸੀਂ ਇਸ ਤਰ੍ਹਾਂ ਇਸ ਦਾ ਉੱਤਰ ਲਿਖ ਸਕਦੇ ਹੋ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਜੀ, ਇਹ ਜਿਹੜਾ ਪ੍ਰਸ਼ਨ ਹੈ ਕਿ ਹੇਠ ਦਿੱਤੇ ਸਰਕਟ ਦੇ ਹਿੱਸਿਆਂ ਨੂੰ ਸਹੀ ਲੇਵਲ ਨਾਲ ਮਿਲਾਉਣਾ ਹੈ। ਭਾਵ ਇਹ ਸਾਨੂੰ 3 ਪੁਆਇੰਟ ਦਿੱਤੇ ਹੋਏ ਨੇ, 3 ਚੀਜ਼ਾਂ ਦਿੱਤੀਆਂ ਗਈਆਂ ਨੇ ਇਸ ਡਾਇਗਰਾਮ ਦੇ ਵਿੱਚ। ਦੇਖੋ ਇਹ ਤਾਂ ਪਹਿਲਾਂ ਅਸੀਂ ਡਿਸਕਸ ਕਰ ਹੀ ਚੁੱਕੇ ਹਾਂ, ਠੀਕ ਹੈ। ਤਾਂ ਦੇਖੋ ਇਹਦੇ ਵਿੱਚ ਤੁਸੀਂ ਕੀ ਲਿਖੋਗੇ ਕਿ ਜਿਹੜਾ ਇਹ ਸੈੱਲ ਹੈ, ਠੀਕ ਹੈ, ਇਹ ਸੈੱਲ ਕੀ ਹੈ, ਬਿਜਲੀ ਧਾਰਾ ਦਾ ਸਰੋਤ ਹੈ, ਇਹਨੂੰ ਇਹਦੇ ਨਾਲ ਮਿਲਾਓਗੇ ਤੁਸੀਂ, ਠੀਕ ਹੈ ਜੀ। ਇਸ ਤੋਂ ਬਾਅਦ ਜਿਹੜਾ ਇਹ ਹੈ, ਇਹ ਕਿਸੇ ਧਾਤ ਦਾ ਬਣਿਆ ਹੋਇਆ ਇਹ, ਠੀਕ ਹੈ। ਤਾਂ ਇਹ ਕੀ ਕਰਦਾ ਹੈ, ਬਿਜਲੀ ਸਰਕਟ ਨੂੰ ਜੋੜਨ ਦਾ ਕੰਮ ਕਰਦਾ, ਜਾਂ ਫਿਰ ਇਹਦੀ ਥਾਂ 'ਤੇ ਜੇਕਰ ਕੋਈ ਚੀਜ਼ ਰਬਰ ਦੀ ਲੱਗੀ ਹੁੰਦੀ, ਜਿਵੇਂ ਪੇਚਕਸ ਲੱਗਿਆ ਹੋਇਆ ਸੀ, ਪਲਾਸਟਿਕ ਦੀ ਚੀਜ਼ ਲੱਗੀ ਹੁੰਦੀ, ਤਾਂ ਉਹ ਤੋੜਨ ਵਾਲਾ ਜਾਂ ਜੋੜਨ ਵਾਲਾ ਹੈ, ਤਾਂ ਇਹਨੂੰ ਇਹਦੇ ਨਾਲ ਮੈਚ ਕਰਾਂਗੇ, ਠੀਕ ਹੈ। ਅਤੇ ਜਿਹੜਾ ਇਹ ਬੱਲਮ ਹੈ, ਇਹ ਕੀ ਹੈ, ਪ੍ਰਕਾਸ਼ ਦੇਣ ਵਾਲਾ ਯੰਤਰ। ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਮੈਚ ਕਰ ਸਕਦੇ ਹੋ। ਡਾਇਗਰਾਮ ਨੂੰ ਕਾਪੀ 'ਤੇ ਬਣਾ ਸਕਦੇ ਹੋ ਜਾਂ ਫਿਰ ਕਿਤਾਬ ਦੇ ਉੱਤੇ ਤੁਸੀਂ ਇਹਨਾਂ ਨੂੰ ਮੈਚ ਕਰ ਸਕਦੇ ਹੋ। ਸੋ ਇਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਅਗਲਾ ਪ੍ਰਸ਼ਨ। ਅੱਗੇ 7ਵਾਂ ਭਾਗ ਆ ਗਿਆ। 7ਵੇਂ ਭਾਗ ਦੇ ਵਿੱਚ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਸੀ, ਜਿਨ੍ਹਾਂ ਦਾ ਜਿਹੜਾ ਉੱਤਰ ਅਸੀਂ ਨੇ ਥੋੜ੍ਹਾ ਜਿਹਾ ਵਿਸਥਾਰ ਦੇ ਵਿੱਚ ਲਿਖਣਾ ਹੈ। ਨੰਬਰ 1, ਇੱਕ ਪਦਾਰਥ ਉੱਪਰ ਚਾਲਕ ਪ੍ਰੀਖਣ ਦੀ ਵਰਤੋਂ ਕਰਦਿਆਂ ਪਾਇਆ ਗਿਆ ਕਿ ਵੱਲਮ ਪ੍ਰਕਾਸ਼ਮਾਨ ਹੋ ਜਾਂਦਾ ਹੈ ਕਿ ਇਹ ਪਦਾਰਥ ਚਾਲਕ ਹੈ ਜਾਂ ਰੋਧਕ ਹੈ। ਭਾਵ ਅਸੀਂ ਨੇ ਦੱਸਣਾ ਕਿ ਇਹਦੇ ਵਿੱਚ ਦੀ ਬਿਜਲੀ ਲੰਘਦੀ ਹੈ ਜਾਂ ਨਹੀਂ ਲੰਘਦੀ। ਚਾਲਕ ਦਾ ਮਤਲਬ ਜਿਹਨਾਂ ਵਿੱਚ ਦੀ ਲੰਘਦੀ ਹੈ, ਰੋਧਕ ਜਿਹਨਾਂ ਵਿੱਚ ਦੀ ਨਹੀਂ ਲੰਘਦੀ। ਵਿਆਖਿਆ ਕਰਨੀ ਹੈ ਇਹਦੀ। ਉੱਤਰ, ਇਹ ਪਦਾਰਥ ਬਿਜਲੀ ਦਾ ਚਾਲਕ ਹੈ ਕਿਉਂਕਿ ਬਿਜਲੀ ਦੇ ਚਾਲਕ ਪਦਾਰਥਾਂ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੋ ਜਾਂਦੀ ਹੈ, ਜਿਸ ਕਰਕੇ ਵੱਲਮ ਪ੍ਰਕਾਸ਼ਮਾਨ ਹੋ ਜਾਂਦਾ ਹੈ। ਇਸ ਤਰ੍ਹਾਂ ਤੁਸੀਂ ਇਸ ਦਾ ਉੱਤਰ ਲਿਖ ਸਕਦੇ ਹੋ। ਇਸ ਤੋਂ ਬਾਅਦ ਹੈ ਜੀ ਦੂਸਰਾ ਪ੍ਰਸ਼ਨ ਕਿ ਇਲੈਕਟ੍ਰੀਸ਼ਨ ਦੁਆਰਾ ਵਰਤੇ ਜਾਂਦੇ ਸੰਦ ਜਿਵੇਂ ਪੇਚਕਸ ਅਤੇ ਪਲਾਸ ਦੇ ਦਸਤਿਆਂ ਉੱਪਰ ਪਲਾਸਟਿਕ ਜਾਂ ਰਬੜ ਦੇ ਕਵਰ ਹੁੰਦੇ ਨੇ। ਕੀ ਤੁਸੀਂ ਦੱਸ ਸਕਦੇ ਹੋ ਇਹ ਕਿਉਂ ਹੁੰਦੇ ਨੇ? ਵਿਆਖਿਆ ਕਰੋ। ਤਾਂ ਇਸ ਦੀ ਤੁਸੀਂ ਵਿਆਖਿਆ ਕਿਸ ਤਰ੍ਹਾਂ ਲਿਖੋਗੇ? ਕਿਉਂਕਿ ਪਲਾਸਟਿਕ ਅਤੇ ਰਬੜ ਬਿਜਲੀ ਦੇ ਰੋਧਕ ਹਨ, ਇਸ ਲਈ ਬਿਜਲੀ ਦੇ ਸੰਦਾਂ ਉੱਤੇ ਬਿਜਲੀ ਦੇ ਝਟਕੇ ਤੋਂ ਬਚਣ ਲਈ ਰਬੜ ਜਾਂ ਪਲਾਸਟਿਕ ਦੇ ਕਵਰ ਚੜ੍ਹੇ ਹੁੰਦੇ ਨੇ। ਭਾਵ ਦੇਖੋ ਉਹਨਾਂ ਵਿੱਚ ਦੀ ਜਿਹੜੀ ਪਲਾਸਟਿਕ ਹੈ, ਰਬੜ, ਉਹਦੇ ਵਿੱਚ ਦੀ ਲੰਘਦੀ ਨਹੀਂ ਬਿਜਲੀ, ਉਹ ਰੋਧਕ ਨੇ, ਤਾਂ ਇਸ ਕਰਕੇ ਉਹ ਪੇਚਕਸ ਦੇ ਉੱਤੇ ਜਾਂ ਪਲਾਸ ਦੇ ਉੱਤੇ ਲਗਾਏ ਜਾਂਦੇ ਨੇ ਤਾਂ ਕਿ ਝਟਕਾ ਸਾਨੂੰ ਨਾ ਲੱਗ ਸਕੇ। ਕਾਮਨ ਸੈਂਸ ਹੈ, ਇਹਨੂੰ ਤੁਸੀਂ ਇਸ ਤਰੀਕੇ ਨਾਲ ਨੋਟ ਕਰ ਸਕਦੇ ਹੋ। ਇਸ ਤੋਂ ਬਾਅਦ ਜੋ ਤੀਸਰਾ ਪ੍ਰਸ਼ਨ ਸੀ, ਜਿਹੜਾ ਪਹਿਲਾਂ ਦੇਖੋ ਅਸੀਂ ਨੇ ਕੀਤਾ ਨਹੀਂ ਸੀ, ਅਸੀਂ ਨੇ ਕੀ ਕਰ ਲਿਆ ਸੀ, ਦੂਸਰੇ ਤੋਂ ਬਾਅਦ ਡਾਇਰੈਕਟ ਚੌਥਾ ਸ਼ੁਰੂ ਕਰਤਾ ਸੀ। ਤਾਂ ਤੀਸਰੇ ਵਿੱਚ ਕੀ ਕਰਨਾ, ਅਸੀਂ ਨੇ ਮਿਲਾਨ ਕਰਨਾ। ਇਸ ਥਾਂ ਇਸ ਪਾਸੇ ਜਿਹੜੀ ਕਾਲਮ ਊੜ ਹੈ, ਇਹਦੇ ਵਿੱਚ ਸਾਨੂੰ ਲਿਖਿਆ ਗਿਆ, ਇਸ ਕਾਲਮ ਦੇ ਵਿੱਚ ਇਹਨਾਂ ਦੇ ਨਾਮ, ਇਸ ਸਾਈਡ 'ਤੇ ਕੁਝ ਯੰਤਰ ਦਿੱਤੇ ਗਏ ਨੇ, ਇਹਨਾਂ ਨੂੰ ਆਪਸ ਦੇ ਵਿੱਚ ਅਸੀਂ ਨੇ ਮਿਲਾਉਣਾ ਹੈ। ਸੋ ਅਸੀਂ ਮਿਲਾਉਂਦੇ ਹਾਂ। ਬੜੀ ਇੰਟਰਸਟਿੰਗ ਐਕਟੀਵਿਟੀ ਹੈ ਇਹ। ਦੇਖੋ ਜੀ ਬਟਨ ਸੈੱਲ, ਇਹ ਬਟਨ ਦੀ ਤਰ੍ਹਾਂ ਦਿਸਦਾ, ਤਾਂ ਇਹ ਬਟਨ ਸੈੱਲ ਹੋ ਗਿਆ। ਇਸ ਤੋਂ ਬਾਅਦ ਅਸੀਂ ਮੈਚ ਕਰਦੇ ਹਾਂ ਜੀ ਸੁੱਕਾ ਸੈੱਲ, ਇਹ ਹੋ ਜਾਵੇਗਾ ਸੁੱਕਾ ਸੈੱਲ, ਇਹਨੂੰ ਇਹਦੇ ਨਾਲ ਮਿਲਾਓ। ਬੜੀ ਇੰਟਰਸਟਿੰਗ ਹੈ ਸਾਇੰਸ, ਠੀਕ ਹੈ, ਇਸ ਕਰਕੇ ਜ਼ਰੂਰ ਇਹਨੂੰ ਧਿਆਨ ਨਾਲ ਪੜ੍ਹਿਆ ਕਰੋ। LED ਇਹਦੇ ਨਾਲ ਹੀ ਮੈਚ ਕਰ ਜਾਏਗਾ, ਬਿਜਲੀ ਸਵਿੱਚ ਇਹਦੇ ਨਾਲ ਮੈਚ ਕਰ ਜਾਏਗਾ। ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਮੈਚ ਕਰ ਸਕਦੇ ਹਾਂ। ਸੋ ਹੁਣ ਇਹ ਸਾਡਾ ਜਿਹੜਾ ਪਾਰਟ ਸੀ ਇਹ ਪੂਰਾ ਹੋ ਚੁੱਕਾ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਮੇਰੀ ਕਲਾਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਸਾਰਾ ਸਿਲੇਬਸ ਤੁਹਾਨੂੰ ਇਸ ਚੈਨਲ ਦੇ ਉੱਤੇ ਮਿਲੇਗਾ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਸਭ ਵੀਡੀਓਜ਼ ਦੇਖੋ, ਸਾਰੇ ਪਾਠਾਂ ਦੀਆਂ ਤੁਹਾਡਾ ਸਾਰਾ ਸਿਲੇਬਸ ਕਵਰ ਕਰਵਾਇਆ ਪਿਆ ਹੈ। ਸੋ ਇਹ ਵੀਡੀਓ ਇੱਥੇ ਤੱਕ ਦੇਖਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ।